वाहिगुरू जी का खालसा वाहिगुरू जी की फतेह। वैलकम टू द पेज ऑफ ऑप्टिमिस्टिक फोर्स। सो अज असी इस वीडियो दे विच ये डिस्कस करना है भी वॉट डज़ एन आइल्स रीडिंग मॉड्यूल कंसिस्ट ऑफ। ਉਹਦੇ 'ਚ ਹੁੰਦਾ ਕੀ कुछ है, चाहे वो जनरल है तो चाहे वो एकेडमिक है। ठीक है, इन्होंने दोनों ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਪਰ ਪ੍ਰਾਇਮਰੀਲੀ ਅੱਜ ਆਪਾਂ ਇੱਕ ਜਨਰਲ ਜਿਹੜਾ ਰੀਡਿੰਗ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਿਹੜਾ ਰੀਡਿੰਗ ਮੋਡਿਊਲ ਹੈ broadly divided into 3 different sections. Section 1 contains information which is very simplistic. ਸੋ ਸਿੰਪਲਿਸਟਿਕ ਟੈਕਸਟ ਹੁੰਦਾ ਆ। ਠੀਕ ਹੈ ਜੀ, ਜੋ ਕਹਿ ਲਓ ਵੀ ਜਿਹਨੂੰ ਬਹੁਤ ਲੋਐਸਟ ਲੈਵਲ ਦੀ ਇੰਗਲਿਸ਼ ਆਉਂਦੀ ਨਾ ਉਹਦੇ ਵਾਸਤੇ ਹੁੰਦਾ ਹੈ। ਠੀਕ ਹੈ, ਤਾਂ ਇਟ ਕੰਟੇਨਸ ਫੈਕਚੁਅਲ ਇਨਫੋਰਮੇਸ਼ਨ, ਬਹੁਤ ਛੋਟੀ ਛੋਟੀ ਇਨਫੋਰਮੇਸ਼ਨ ਲਿਖੀ ਹੋਏਗੀ, ਸਿੱਧੇ ਸਿੱਧੇ ਸਵਾਲ ਪੁੱਛੇ ਜਾਣਗੇ, ਇਹਦੇ ਬੇਸਿਸ 'ਤੇ ਤੁਹਾਨੂੰ ਟਰੂ ਐਂਡ ਫਾਲਸ ਜਿਹੜੇ ਨਾਟ ਗਿਵਨ ਇੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ, ਅਤੇ ਮੈਥਸ ਦੇ ਇਨਫੋਰਮੇਸ਼ਨ ਟਾਈਪ ਕੁਐਸਚਨ ਸੈਟਸ ਹੁੰਦੇ ਨੇ। ਸੋ 2 ਡਿਫਰੈਂਟ ਟਾਈਪਸ ਆਫ ਕੁਐਸਚਨ ਸੈਟਸ ਹੋਣਗੇ ਸੈਕਸ਼ਨ 1 ਦੇ ਵਿੱਚ। ਨਾਓ ਸੈਕਸ਼ਨ 2 ਜਿਹੜਾ ਹੁੰਦਾ ਆ, Section 2 mostly consists of obviously English, which is more competitive. ठीक है, पहले नालों ज़्यादा competitive ਹੁੰਦੀ ਹੈ ਦੂਜੇ ਸੈਕਸ਼ਨ ਦੇ ਵਿੱਚ। ਇਹਦਾ ਟੈਕਸਟ ਇੰਨਾ ਜ਼ਿਆਦਾ ਲੈਂਦੀ ਨਹੀਂ ਹੁੰਦਾ, ਪਰ ਪਹਿਲੇ ਨਾਲੋਂ ਥੋੜਾ ਜ਼ਿਆਦਾ ਹੁੰਦਾ ਹੈ। ਠੀਕ ਹੈ, ਕਹਿ ਲਓ ਵੀ ਲੈਵਲ 2। ਇਹਦੇ ਵਿੱਚ ਅਗੇਨ ਜਿਹੜੇ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ ਉਹ ਆਉਂਦੇ ਨੇ ਜੀ, ਮੈਚ ਦ ਹੈਡਿੰਗਸ, then they may ask you questions related to filling in the paragraph with precise details। question set आ जाता है जी, ਤੁਹਾਨੂੰ ਪੁੱਛ ਲੈਣਗੇ ਵੀ use one word or 2 words and or a number, ਹੈ ਨਾ। ਸੋ 2 words and or a number ਦਾ ਕੀ ਮਤਲਬ ਹੁੰਦਾ ਹੈ, ਤੁਸੀਂ 2 words यूज़ ਕਰੋ ਅਤੇ ਆਪਣਾ ਇੱਕ ਨੰਬਰ यूज़ ਕਰੋ, ਇਹਨਾਂ ਦੋਨਾਂ ਨੂੰ ਕੁੱਲ ਮਿਲਾ ਕੇ ਅਤੇ ਫਿਰ ਵਿੱਚ ਫਿੱਟ ਕਰੋ, ਜਾਂ 2 words और a number, मतलब ਜਾਂ 2 words ਫਿੱਟ ਕਰੋ ਜਾਂ ਇੱਕ ਨੰਬਰ ਫਿੱਟ ਕਰੋ। ਹੁਣ ਇਹ ਬੜੀ ਪ੍ਰਿਸਾਈਜ਼ ਜੀ ਚੋਇਸ ਹੋ ਜਾਂਦੀ ਹੈ। ਇੱਥੇ ਹੀ ਸਭ ਤੋਂ ਵੱਡੀ ਸਟਰਗਲ ਹੈ, ਇੱਥੇ ਹੀ ਹਰ ਇੱਕ ਜਿਹੜਾ ਸ਼ਖਸ ਹੈ ਉਹ ਫਸ ਜਾਂਦਾ ਹੈ। ਇਹੀ ਤਾਂ ਚੈਲੰਜ ਆ, ਅਤੇ ਇਸ ਕਰਕੇ ਇਹ ਬਣਾ ਦਿੰਦਾ ਹੈ ਆਇਲਸ ਦੀ ਰੀਡਿੰਗ ਟਾਸਕ ਨੂੰ ਡਿਫੀਕਲਟ। ਠੀਕ ਹੈ, ਸੋ ਇਹ ਜ਼ਿਆਦਾਤਰ ਸੈਕਸ਼ਨ 2 ਦੇ ਵਿੱਚ ਹੁੰਦਾ ਹੈ। ਨਾਓ ਸੈਕਸ਼ਨ 3, this becomes a really lengthy text. Now this is not easy for any user. ठीक है, you got to be excellent in English reading text. Why? Because English reading ਦੇ ਨਾ 3 ਚੀਜ਼ਾਂ ਹੁੰਦੀਆਂ ਪ੍ਰੋਮੀਨੈਂਟ। ਅਗਰ ਤੁਸੀਂ ਕੋਈ ਵੀ ਚੀਜ਼ ਪੜ੍ਹਦੇ ਹੋ ਤਾਂ ਉਹ ਜਿਹੜਾ ਟੈਕਸਟ ਹੈ, ਪਹਿਲਾਂ ਤਾਂ you should be comfortably easily be able to understand it। ਸਮਝੋ ਪਹਿਲਾਂ ਹੈ ਕੀ ਚੀਜ਼। ਠੀਕ ਹੈ, then retain the information ਜੋ ਤੁਸੀਂ ਪੜ੍ਹਿਆ। ਅਗਰ ਤੁਸੀਂ ਰਿਟੇਨ ਨਹੀਂ ਕੀਤਾ, ਰਿਟੇਨ ਦਾ ਮਤਲਬ ਹੈ ਤੁਸੀਂ ਪੜ੍ਹ ਤਾਂ ਲਿਆ ਪਰ ਤੁਸੀਂ ਝੱਟ ਹੀ ਭੁੱਲ ਗਏ, ਵੀ ਤੁਹਾਡੇ ਦਿਮਾਗ 'ਚ ਹੀ ਨਹੀਂ ਬੈਠੀ, ਹੈ ਨਾ। ਤੁਸੀਂ ਨਿਕਲ ਗਏ, ਤੁਸੀਂ ਕੁਐਸਚਨ ਪੜ੍ਹਨ ਲੱਗੇ, ਤੁਹਾਨੂੰ ਪਤਾ ਨਹੀਂ ਚੱਲਿਆ ਉਹ ਕੀ ਪਤਾ ਨਹੀਂ ਕੀ ਪੜ੍ਹਿਆ ਮੈਂ। ਅਗਰ ਇੱਦਾਂ ਦਾ ਚੀਜ਼ ਹੋ ਰਹੀ ਹੈ ਤੁਹਾਡੇ ਨਾਲ, ਤਾਂ ਇਹਦਾ ਮਤਲਬ ਹੈ ਵੀ ਯੂ ਆਰ ਲੂਜ਼ਿੰਗ ਰਿਟੈਂਸ਼ਨ, ਹੈ ਨਾ, ਯੂ ਆਰ ਲੈਕਿੰਗ ਰਿਟੈਂਸ਼ਨ। ਤੁਹਾਨੂੰ ਪਤਾ ਨਹੀਂ ਵੀ ਤੁਸੀਂ ਚੀਜ਼ਾਂ ਨੂੰ ਭੁੱਲ ਰਹੇ ਹੋ। ਭੁੱਲ ਕਿਉਂ ਰਹੇ ਹੋ? ਬਿਕਾਜ਼ ਯੂ ਡੂ ਨਾਟ ਹੈਵ ਇਨਫ ਹੈਬਿਟ ਆਫ ਰੀਡਿੰਗ ਟੈਕਸਟਸ, ਯੂ ਹੈਵਨਟ ਰੈਡ ਥੀਸ ਮੈਨੀ ਲੌਂਗ ਟੈਕਸਟਸ, ਹੈ ਨਾ, ਅਤੇ ਜਿਸ ਕਰਕੇ ਤੁਹਾਡੀ ਆਦਤ ਨਹੀਂ ਬਣੀ, ਤੁਹਾਡਾ ਮੇਦਾ ਨਹੀਂ ਬਣਿਆ। ਮੋਟੀ ਮੋਟੀ ਗੱਲ ਇਹਨੂੰ ਇੱਦਾਂ ਸਮਝ ਲਓ। ਸੋ ਜਿਹੜੀ ਹੁਣ ਇਹ ਇਨਫੋਰਮੇਸ਼ਨ ਹੈ ਉਹ ਤੁਸੀਂ ਕਿੰਨੀ ਜਲਦੀ ਗ੍ਰੈਸਪ ਕਰਦੇ ਹੋ, ਪਹਿਲਾਂ ਤਾਂ ਸਮਝਦੇ ਹੋ ਕਿੰਨੀ ਜਲਦੀ, ਅਤੇ ਫਿਰ ਉਹਨੂੰ ਰਿਟੇਨ ਕਿੰਨੀ ਦੇਰ ਲਈ ਕਰਕੇ ਰੱਖਦੇ ਹੋ, ਤਾਂ ਕਿ ਬਾਏ ਦਾ ਟਾਈਮ ਤੁਸੀਂ ਕੁਐਸਚਨ ਕੁਐਸਚਨ ਨੂੰ ਪੜ੍ਹੋ ਅਤੇ ਉਹਦਾ ਆਨਸਰ ਲੱਭਣ ਦੀ ਕੋਸ਼ਿਸ਼ ਜਦੋਂ ਕਰਦੇ ਹੋ, ਹੈ ਨਾ, ਤੁਹਾਨੂੰ ਪਤਾ ਹੋਵੇ ਵੀ ਮੈਂ ਕਿੱਥੇ ਪੜ੍ਹਿਆ ਸੀ ਟੈਕਸਟ, ਪੈਰਾਗ੍ਰਾਫ ਦੇ ਵਿੱਚ, ਕੰਪਰੀਹੈਂਸ਼ਨ ਦੇ ਵਿੱਚ, ਅਤੇ ਇਹ ਸਵਾਲ ਦਾ ਆਨਸਰ ਕਿੱਥੇ ਕਰਕੇ ਹੋ ਸਕਦਾ, ਤਾਂ ਇਹ ਤੁਹਾਡੇ ਵਾਸਤੇ ਕੰਮ ਬਹੁਤ ਈਜ਼ੀ ਕਰ ਦਿੰਦਾ। ਤੁਸੀਂ ਬਹੁਤ ਕੁਇੱਕ ਹੋ ਜਾਂਦੇ ਹੋ ਆਨਸਰ ਲੱਭਣ ਦੇ ਵਿੱਚ। ਇਹੀ ਡਿਫਰੈਂਸ ਹੁੰਦਾ ਆ ਇੱਕ ਜਿਹੜਾ ਬੈਂਡ ਸਕੋਰਰ 8 ਹੈ ਜਾਂ 7 ਹੈ, ਜੋ ਬੈਂਡ ਸਕੋਰ ਯੂਜ਼ਰ ਜਿਹੜਾ 6 ਹੈ, ਉਹਦੇ ਮੁਕਾਬਲੇ ਦੋਨਾਂ ਦਾ ਜਿਹੜਾ ਫਰਕ ਹੈ ਨਾ, ਉਹ ਇੱਥੇ ਹੀ ਕ੍ਰੀਏਟ ਹੋ ਜਾਂਦਾ ਹੈ। ਕਿਉਂਕਿ ਇਹੀ ਤਾਂ ਐਕੂਰੇਸੀ ਹੈ, ਇਹੀ ਤਾਂ ਸਪੀਡੀ ਰਿਕਵਰੀ ਹੈ, ਇਹੀ ਤਾਂ ਕੁਇਕਨੈਸ ਹੈ ਜਿਹਦੇ ਨਾਲ ਉਹ ਬੈਂਡਸ ਨੂੰ ਬਹੁਤ ਵਧੀਆ ਸਕੋਰ ਕਰ ਪਾਉਂਦਾ ਹੈ। ਸੋ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਰਿਟੈਂਸ਼ਨ ਚਾਹੀਦੀ ਹੈ। ਰਿਟੈਂਸ਼ਨ ਦੇ ਨਾਲ ਹੀ ਐਗਜ਼ੀਕਿਊਸ਼ਨ ਹੈ। ਤੁਸੀਂ ਦੇਖੋ ਤਾਂ ਜਿਹੜਾ ਹੁਣ ਸਾਡਾ ਟੈਕਸਟ 3 ਹੈ, ਜਿਹੜਾ ਸੈਕਸ਼ਨ 3 ਹੈ, ਸੈਕਸ਼ਨ 3 ਦੇ ਵਿੱਚ ਕੁਐਸਚਨਸ ਆ ਜਾਂਦੇ ਨੇ। ਪਹਿਲਾਂ ਤਾਂ ਫਿਲ ਇਨ ਦ ਪ੍ਰੀਸਾਈਜ਼ ਇਨਫੋਰਮੇਸ਼ਨ ਐਜ਼ ਪਰ ਦ ਡਿਮਾਂਡ ਆਫ ਦ ਕੁਐਸਚਨ ਟਾਈਪ, ਜਿਹਦੇ 'ਚ ਹੁੰਦਾ ਯੂਜ਼ 1 word ਇਨ ਦ ਫਿਲਅਪ। ਇੱਕ ਵਰਡ ਲੱਭੋ ਅਤੇ ਫਿਲਅਪ ਨੂੰ ਭਰ ਦਿਓ। ਠੀਕ ਹੈ, ਦੂਸਰੀ ਟਾਈਪ ਇਹਦੇ 'ਚ ਕੁਐਸਚਨ ਆ ਜਾਂਦੀ ਹੈ ਮੈਚ ਦ ਹੈਡਿੰਗਸ। ਸੋ ਯੂ ਵਿਲ ਬੀ ਗਿਵਨ ਅ ਹੈਡਿੰਗ and you got to match the heading with the concerned text given in the different paragraphs of the comprehension। ਤਾਂ ਲੱਭੋ ਤੇ ਫਿੱਟ ਕਰੋ ਵੀ ਕਿਹਦੇ ਨਾਲ ਹੋ ਸਕਦੀ ਹੈ। ਠੀਕ ਹੈ, ਅਤੇ ਕਈ ਵਾਰ ਇਹਦੇ 'ਚ ਟਰੂ ਫਾਲਸ ਵੀ ਆ ਜਾਂਦੇ ਨੇ, ਪਰ ਨਾਟ ਨੈਸੈਸਰਲੀ ਹਮੇਸ਼ਾ ਆਉਣ। ਤਾਂ ਮੇਕ ਸ਼ੋਰ ਤੁਹਾਨੂੰ ਪਤਾ ਹੋਵੇ ਵੀ ਰੀਡਿੰਗ ਮੋਡਿਊਲ ਦੇ ਵਿੱਚ ਇਹ ਪ੍ਰੋਮੀਨੈਂਟ 3 ਸੈਕਸ਼ਨ ਹੁੰਦੇ ਨੇ, ਜਿਹਦੇ 'ਚ 4 ਡਿਫਰੈਂਟ ਟਾਈਪਸ ਆਫ ਕੁਐਸਚਨ ਕੈਟੇਗਰੀਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਮਲਟੀਪਲ ਚੋਇਸ ਕੁਐਸਚਨ ਕੈਟੇਗਰੀ। ਠੀਕ ਹੈ ਜੀ,
then you got some true false sections ਹੈ ਨਾ, true false not given ਹੁੰਦਾ ਆ। ਤੇ ਤੀਜਾ ਹੁੰਦਾ ਆ ਤੁਹਾਡਾ ਜਿਹਦੇ ਤੁਸੀਂ ਪ੍ਰੀਸਾਈਜ਼ ਇਨਫੋਰਮੇਸ਼ਨ ਡਿਟੇਲਸ ਨੂੰ ਪਾਉਣਾ ਹੁੰਦਾ ਆ, ਠੀਕ ਹੈ। ਤਾਂ ਇਹ ਕੁੱਲ ਮਿਲਾ ਕੇ ਰੀਡਿੰਗ ਸੈਕਸ਼ਨ ਦੇ ਵਿੱਚ ਇਹ 3 ਤੋਂ 4 ਚੀਜ਼ਾਂ ਹੁੰਦੀਆਂ ਨੇ। ਅਗਰ ਤੁਸੀਂ ਇਹ ਚੀਜ਼ਾਂ ਨੂੰ ਫਿਲ ਇਨ ਕਰਨਾ ਸਿੱਖੋਗੇ, ਤੁਸੀਂ ਅਵੇਅਰ ਹੋਵੋਗੇ, ਤਾਂ ਤੁਹਾਡੇ ਵਾਸਤੇ ਰੀਡਿੰਗ ਮੋਡਿਊਲ ਬਹੁਤ ਈਜ਼ੀ ਹੋਏਗਾ। ਸੋ ਮੇਕ ਸ਼ੋਰ ਅਗਰ ਤੁਸੀਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇੱਦਾਂ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਲਈ, ਬਿਕਾਜ਼ ਆਈਲ ਬੀ ਕਮਿੰਗ ਅਪ ਵਿਦ ਮੋਰ ਸੱਚ ਵੀਡੀਓਜ਼ ਵਿਚ ਆਰ ਰੀਅਲੀ ਇਨਫੋਰਮੇਟਿਵ ਐਂਡ ਤੁਸੀਂ ਉਹਨਾਂ ਨੂੰ ਕਿੱਦਾਂ ਡੀਲ ਕਰਨਾ ਹੈ, ਕੋਈ ਵੀ ਆਪਣੇ ਚੈਲੰਜਸ ਨੂੰ ਉਸ ਵੀਡੀਓਜ਼ ਦੇ ਹਿਸਾਬ ਨਾਲ। ਟਿਲ ਦੈਨ see you in the next video.